श्री गुरु हरकृष्ण जी ने मार्च 1664 ईस्वी ਨੂੰ ਦਿੱਲੀ ਵਿਖੇ ਸੰਗਤ ਦੀ ਹਾਜ਼ਰੀ ਵਿੱਚ ਥਾਲ ਵਿੱਚ 5 ਪੈਸੇ ਅਤੇ ਨਾਰੀਅਲ ਰੱਖ ਕੇ 3 ਵਾਰ ਉਚਾਰਿਆ, ਬਾਬਾ ਬਸੇ ਜੇ ਗ੍ਰਾਮ ਬਕਾਲੇ। ਭਾਵ ਗੁਰੂ ਨਾਨਕ ਦੀ ਗੱਦੀ ਤੇ 9ਵੇਂ ਵਾਰਸ ਬਕਾਲੇ ਵਿੱਚ ਵਸ ਰਹੇ ਗੁਰੂ ਤੇਗ ਬਹਾਦਰ ਜੀ ਨੂੰ ਬਣਾਇਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਪਦਵੀ ਸੰਭਾਲਣ ਤੋਂ ਬਾਅਦ ਭਾਈ ਮੱਖਣ ਸ਼ਾਹ ਲਵਾਣਾ ਅਤੇ ਹੋਰ ਸੰਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਅੱਗੋਂ ਸ੍ਰੀ ਹਰਿਮੰਦਰ ਸਾਹਿਬ ਦੇ ਕਾਬਲ ਸੋਢੀ ਮਿਹਰਬਾਨ ਦੀ ਸੰਤਾਨ ਨੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਵੱਡਾ ਸਾਰਾ ਜੰਦਰਾ ਲਾ ਦਿੱਤਾ ਤੇ ਆਪ ਲੋਕ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਨਹੀਂ ਜਾਣ ਦਿੱਤਾ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਥੜਾ ਸਾਹਿਬ ਹੈ, ਉੱਥੇ ਗੁਰੂ ਜੀ ਬੇਰੀ ਦੇ ਦਰਖਤ ਹੇਠ ਕੁਝ ਸਮਾਂ ਬਿਰਾਜ ਕੇ ਵਾਪਸ ਬਾਬਾ ਬਕਾਲਾ ਵੱਲ ਚਲੇ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੇ ਧੀਰਮਲ ਨੂੰ ਖਾਸ ਈਰਖਾ ਹੋਈ, ਵਿਰੋਧਤਾ ਵੱਧ ਗਈ। ਉਸਨੇ ਆਪਣੇ ਸੇਵਕਾਂ ਤੋਂ ਸਤਿਗੁਰੂ ਜੀ ਦਾ ਸਾਰਾ ਸਮਾਨ ਲਟਵਾਇਆ ਤੇ ਧੀਰਮਲ ਦੇ ਸ਼ੀਹੇ ਮਸੰਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ, ਜੋ ਕਿ ਸੱਚੇ ਪਾਤਸ਼ਾਹ ਜੀ ਦੇ ਕੰਨ ਨਾਲ ਖਹਿ ਕੇ ਲੰਘ ਗਈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਵਾਹ ਮਲ ਜੀ, ਵਾਹ ਮਲ ਜੀ, ਵਾਹ ਮਲ ਜੀ। ਮੱਖਣ ਸ਼ਾਹ ਲਵਾਣਾ ਸਤਿਗੁਰਾਂ ਦਾ ਇਹ ਅਪਮਾਨ ਸਹਾਰ ਨਾ ਸਕਿਆ ਤੇ ਉਸਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਧੀਰਮਲ ਦਾ ਡੇਰਾ ਲੁੱਟ ਲਿਆਂਦਾ ਅਤੇ ਆਦਿ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਂਦੀ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਧੀਰਮਲ ਦਾ ਸਾਰਾ ਸਮਾਨ ਵਾਪਸ ਕਰਵਾ ਦਿੱਤਾ, ਪਰ ਸਿੱਖਾਂ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਲੁਕਾ ਕੇ ਰੱਖੀ ਹੋਈ ਸੀ, ਉਹ ਸਿੱਖਾਂ ਨੇ ਵਾਪਸ ਨਹੀਂ ਕੀਤੀ। ਕੁਝ ਸਮੇਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਨੂੰ ਕੂਚ ਕੀਤਾ। ਜਦੋਂ ਬਿਆਸਾ ਦਰਿਆ ਪਾਰ ਕਰਨ ਲੱਗੇ ਤਾਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਕੀ ਚੁੱਕੀ ਆਉਂਦੇ ਹੋ? ਸਿੱਖਾਂ ਆਖਿਆ ਇਹ ਬੀੜ ਹੈ ਜੀ। ਸਤਿਗੁਰੂ ਜੀ ਨਾਰਾਜ਼ ਹੋਏ ਕਿ ਇਹ ਧੀਰਮਲ ਨੂੰ ਕਿਉਂ ਨਹੀਂ ਵਾਪਸ ਕੀਤੀ। ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਡੂੰਘੇ ਪਾਣੀ ਵਿੱਚ ਸਿੱਖਾਂ ਪਾਸੋਂ ਬੀੜ ਰੁਕਵਾ ਦਿੱਤੀ ਤੇ ਧੀਰਮਲ ਨੂੰ ਇੱਕ ਰਾਹੀ ਹੱਥੀਂ ਸੁਨੇਹਾ ਪਹੁੰਚਾ ਦਿੱਤਾ ਕਿ ਤੇਰੀ ਬੀੜ ਬਿਆਸਾ ਦਰਿਆ ਵਿੱਚ ਰੱਖ ਦਿੱਤੀ ਹੈ, ਤੂੰ ਇੱਥੋਂ ਕੱਢ ਕੇ ਲੈ ਜਾ। ਧੀਰਮਲ ਸੁਣ ਕੇ ਬੜਾ ਖੁਸ਼ ਹੋਇਆ ਅਤੇ ਹੈਰਾਨ ਵੀ ਕਿ ਪਾਣੀ ਵਿੱਚ ਬੀੜ ਕਿਸ ਤਰ੍ਹਾਂ ਬਚੇਗੀ। ਜਿੱਥੇ ਰਾਹੀ ਨੇ ਦੱਸਿਆ ਸੀ ਕਿ ਬੀੜ ਉੱਥੇ ਰੱਖੀ ਸੀ, 8 ਪਾਤਸ਼ਾਹੀਆਂ ਤੱਕ ਅਰਦਾਸ ਕਰਨ, 9ਵੇਂ ਸਤਿਗੁਰੂ ਜੀ ਦਾ ਨਾਮ ਨਾ ਲੈਣ, ਬੀੜ ਹੱਥ ਨਾ ਆਵੇ। 13 ਦਿਨ ਬੀੜ ਪਾਣੀ ਵਿੱਚ ਰਹੀ। ਕਿਸੇ ਹੋਰ ਗੁਰਸਿੱਖ ਨੇ ਸਮੇਂ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਣ ਨੂੰ ਕਿਹਾ। ਜਦੋਂ ਅਰਦਾਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਲਿਆ ਤਾਂ ਪਹਿਲੇ ਜੋ ਬੀੜ ਨੂੰ ਹੱਥ ਲੱਗਾ, ਦੂਜੀ ਵਾਰੀ ਬੀੜ ਉੱਪਰ ਆ ਗਈ। ਮੌਕੇ ਦੇ ਸਤਿਗੁਰ ਵਿੱਚ ਇਹ ਸ਼ਕਤੀ ਹੁੰਦੀ ਹੈ, ਪੌਣ ਪਾਣੀ ਬਸੰਤਰ ਉਸ ਦੇ ਹੁਕਮ ਵਿੱਚ ਹੀ ਹੁੰਦੇ ਹਨ। ਬੀੜ 13 ਦਿਨ ਪਾਣੀ ਵਿੱਚ ਰਹੀ। ਗੁਰੂ ਤੇਗ ਬਹਾਦਰ ਜੀ ਦੀ ਆਪਣੀ ਸ਼ਕਤੀ ਨਾਲ ਬੀੜ ਰੁੜਨ ਵੀ ਨਹੀਂ ਦਿੱਤੀ ਤੇ ਭਿੱਜਣ ਤੋਂ ਵੀ ਬਚਾਈ ਰੱਖਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਅਵਤਾਰ ਪੁਰਸ਼ ਦੀ 7ਵੀਂ 1723 ਬਿਕਰਮੀ। ਜਨਮ ਸਥਾਨ ਸ੍ਰੀ ਪਟਨਾ ਸਾਹਿਬ ਵਿਹਾਰ ਵਿੱਚ ਹੋਇਆ। ਹਵਨ ਜਗ ਬਾਰੇ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਵਨ ਕੀਤਾ ਅਤੇ ਆਪ ਤੋਂ ਬਾਅਦ ਵੀ ਸਿੱਖ ਹਵਨ ਕਰਦੇ ਰਹੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਹਨ ਕਿ ਇਹ ਤੋਂ ਧਰਮ ਹਮਾਰਾ ਸਾਰ करत रहे निरपमुन अवतार, ये तो हम भी करना चाहे, जाते सब सृष्टि सुख पाहे। एक तो है दुर्भिक्ष अत भारी,
है पढ़ रहो न बरसत वारी, दूसर भारत वर्ष मंजारे, महामरी पढ़ रही उपारे, तृतीय जो नर नारी आर्ज, होए रहे निज कर्मों खारज, पाप कर्म में अत लागे, इसी हेत बन रहे उपागे। जग होम लो सुकृत जे है, हाकम तुर्क कर नहीं दे है, हम जब हवन जग करवा है, खुश हो कण जन वो बरसे हैं। दुर्भिक्ष नसे अन्न वो थे हैं, सुकृत सब करने लग जाए हैं, नसे अविद्या विद्या आहे, सूरवीरता दृढ़ प्रगटे हैं। वर्ण आश्रमी जल है जेते, कायरता कर पूर्ण तेते, उन्हें हवन की पवन लगे जब, शेर बघियाड़न होवे है सब। सूरवीरता उर में जग है, धर्म परातन करने लग है, प्रभुता देह रोग क्रांति, विजय ज्ञान संतत सुख दाती। हवन ਕਰਨ ਦੀ ਮਰਜ਼ਾਦਾ ਬਾਅਦ ਵਿੱਚ ਵੀ ਸਿੱਖਾਂ ਵਿੱਚ ਹੈ ਸੀ, ਪਰ ਹੁਣ ਨਾਮਧਾਰੀਆਂ ਵਿੱਚ ਹੀ ਹੈ। ਇੱਥੇ ਨੈਣਾ ਦੇਵੀ ਪਹਾੜ ਉੱਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਕਤੀ ਦੇਵੀ ਪੂਜਨ ਕਰ ਰਹੇ ਹਨ। ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਕਤੀ ਦੇਵੀ ਪ੍ਰਸੰਨ ਕਰਨ ਲਈ 1754 ਬਿਕਰਮੀ 1697 ਈਸਵੀ ਚੇਤਰ ਦੇ ਨਵਰਾਤਿਆਂ ਵਿੱਚ ਨੈਣਾ ਦੇਵੀ ਪਹਾੜ ਉੱਤੇ ਹਵਨ ਸ਼ੁਰੂ ਕੀਤਾ ਅਤੇ ਉਸ ਹੋਮ ਜੱਗ ਦੀ ਸਾਰੀ ਜ਼ਿੰਮੇਵਾਰੀ ਪੰਡਿਤ ਕੇਸ਼ਵ ਦਾਸ ਨੂੰ ਸੌਂਪੀ ਸੀ। ਉਸ ਹਵਨ ਜੱਗ ਵਿੱਚ 1.25 ਲੱਖ ਰੁਪਏ ਦੀ ਸਮੱਗਰੀ ਪਈ ਅਤੇ ਕਰੀਬ 1 ਸਾਲ ਉਹ ਹੋਮ ਜੱਗ ਚੱਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ 5-5 ਪਹਿਰ ਲਗਾਤਾਰ ਚੌਂਕੜਾ ਮਾਰ ਹਵਨ ਕਰਦੇ ਰਹੇ। ਹੋਮ ਜੱਗ ਸੰਪੂਰਨ ਹੋਣ ਤੋਂ ਪਹਿਲਾਂ ਬੜਾ ਭੁਚਾਲ ਆਇਆ, ਇੱਕਦਮ ਤੇਜ ਪ੍ਰਕਾਸ਼ ਹੋਇਆ ਅਤੇ ਦੇਵੀ ਸ਼ਕਤੀ ਨੇ ਪ੍ਰਗਟ ਹੋ ਕੇ ਸਤਿਗੁਰੂ ਜੀ ਨੂੰ ਇੱਕ ਕਰਦ ਭੇਟ ਕੀਤੀ ਅਤੇ ਅਲੋਪ ਹੋ ਗਈ। श्रीमान ज्ञानी ज्ञान सिंह जी पंथ प्रकाश पन्ना 153 ते लिखते हैं, पुन एक लग कृपान दे पई लोप जग मात, सतगुरपुरी आनंद में आए फिर बख्यात। हवन बारे श्री सतगुर प्रताप सिंह जी का पवित्र उपदेश। गुरु गोबिंद सिंह साहिब शक्ति का आराधन करते हैं। क्या किसी ने जिस कल की शक्ति नहीं प्रकट हो सकती, वो हो सकती है, क्यों नहीं? ब्रह्मचर्य धारण करना, इंद्रियों को रोकना, सब कुछ हो सकता। पंडित जी आ गए, हवन होने लग गया, आराधना शुरू हो गई। अजकल का इस गल का भी बड़ा रौला भी क्यों शक्ति है राधी, पर अभी ये मानते हैं और सादा निश्चार है गुरु गोबिंद सिंह ने आराधी क्या चीज थी वो शक्ति। ये कहीं दुर्गा साहब का घंटा में नाश कराया, जिस शक्ति ने दुर्गा बनाई। कैसों ही बलराम का नाम भावना दर्शन खाया, कैसों ही बल कृष्ण का कंसकोशी पकड़ कराया। वो अकाल पुरुष की शक्ति, अकाल पुरुष पिता तो शक्ति माता, उससे सारी सृष्टि बनी थे, जिसके पुत्र ब्रह्मा विष्णु शिव हो। विसाखी बारे ਲੇਖਕ ਗਿਆਨੀ ਤੇਜਾ ਸਿੰਘ ਦੀ ਕਮੈਂਟਰੀ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਤੋਂ ਪ੍ਰਕਾਸ਼ਿਤ ਹੋਈ ਪੁਸਤਕ ਖਾਕੀ ਨਹੀਂ ਇਹ ਨੂਰੀ ਹੈ। ਇਸ ਦੇ ਸਫਾ 12 ਔਰ 13 ਤੇ ਲਿਖਦੇ ਹਨ ਕਿ ਵਿਸਾਖੀ ਪੁਰਬ ਪੂਰਬ ਯੁੱਗ ਵਿੱਚ ਸ਼ਿਵ ਜੀ ਪਾਰਵਤੀ ਦਾ ਵਿਆਹ ਹੋਇਆ ਸੀ। ਉਹਨਾਂ ਨੇ ਆਪਣੇ ਨਵਾਂ ਸਥਾਨ ਵਾਸਤੇ ਸਮੁੰਦਰ ਵਿੱਚ ਵਿਸ਼ਕਰਮਾ ਜੀ ਪਾਸੋਂ ਸੋਨੇ ਦੀ ਲੰਕਾ ਬਣਵਾਈ। ਉਸ ਦਾ ਮਹੂਰਤ ਹਵਨ ਜਗ ਕਰਨ ਵਾਸਤੇ ਰਾਵਣ ਦੇ ਵੱਡੇ ਵਡੇਰਿਆਂ ਨੂੰ ਬੁਲਾਇਆ ਤੇ ਉਹਨਾਂ ਨੇ ਦਛਣਾ ਵਿੱਚ ਲੰਕਾ ਹੀ ਮੰਗ ਲਈ ਅਤੇ ਉਸ ਦੇ ਅੰਤ ਵਿੱਚ ਰਾਵਣ ਪਾਸ ਵੀ ਨਾ ਰਹੀ। ਵਿਸਾਖੀ ਪੁਰਬ ਉੱਤੇ ਹੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰਬ ਜਨਮ ਦੀ ਕਥਾ ਹੇਮਕੁੰਡ ਤੇ ਤਪੱਸਿਆ ਕਰਦਿਆਂ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਹੀ ਇਸ ਕਾਰਜ ਲਈ ਆਏ ਸਨ। ਸਿਰ ਧਰ ਤਲੀ ਗਲੀ ਮੋਰੀ ਆਓ। ਦਸਮੇਸ਼ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਤਿਗੁਰੂ ਜੀ ਪਹਿਨ ਪੁਸ਼ਾਕ ਕੀਤੀ
ਅਤੇ ਲਾ 5 ਹਥਿਆਰ ਆਏ, ਬੈਠੇ ਵਿੱਚ ਦੀਵਾਨ ਦੀਦਾਰ ਦਿੱਤੇ, ਲੋਕ ਵੇਖ ਕੇ ਹੋਣ ਬਲਹਾਰ ਆਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਸਮੇਂ ਪਹਿਲੇ ਇੱਕ ਸੀਸ ਦੀ ਮੰਗ ਕਰਦੇ ਹੋਏ ਖੜੇ ਹੋਏ। ਸਾਰੇ ਦੀਵਾਨ ਵਿੱਚ ਚੁੱਪ ਵਰਤ ਗਈ। ਥੋੜੇ ਸਮੇਂ ਪਿੱਛੋਂ ਸੀਸ ਪੇਟਾ ਕਰਨ ਲਈ ਪਹਿਲੇ ਭਾਈ ਦਇਆ ਰਾਮ ਲਾਹੌਰ ਦਾ ਉੱਠਿਆ, ਉਸ ਦਾ ਸੀਸ ਕਲਮ ਕਰ ਦਿੱਤਾ। ਫਿਰ ਸੀਸ ਦੇਣ ਲਈ ਮੰਗ ਕੀਤੀ। ਭਾਈ ਧਰਮਚੰਦ ਜੀ ਉੱਠੇ। ਫਿਰ ਇਸੇ ਤਰ੍ਹਾਂ ਭਾਈ ਹਿੰਮਤ ਰਾਏ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਰਾਮ ਨਿਤਰੇ। ਅੰਮ੍ਰਿਤ ਤਿਆਰ ਕਰਕੇ ਇਹਨਾਂ 5 ਪਿਆਰਿਆਂ ਨੂੰ ਸਰਜੀਤ ਕੀਤਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਥ ਖਾਲਸਾ ਦੀ ਨੀਂਹ ਰੱਖੀ। ਪੰਥ ਦੀ ਸਾਜਨਾ ਕਰਕੇ ਸਿੱਖ ਨੂੰ ਸਿੰਘ ਬਣਾ ਦਿੱਤਾ। ਉਹਨਾਂ ਦੇ ਮਨਾਂ ਵਿੱਚੋਂ ਹਕੂਮਤ ਦਾ ਡਰ ਕੱਢ ਦਿੱਤਾ। ਪੰਥ ਖਾਲਸਾ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਜ਼ੁਲਮ ਨੂੰ ਨੇਸ ਤੋਂ ਨਬੂਦ ਕਰਨ ਦੇ ਯੋਗ ਹੋ ਗਿਆ ਸੀ। ਉਹ ਰੰਬੀਆਂ ਨਾਲ ਖੋਪਰੀਆਂ ਲਹਾ ਸਕਦਾ ਸੀ, ਬੰਦ ਕਟਵਾ ਸਕਦਾ ਸੀ, ਚਰਖੜੀਆਂ ਤੇ ਚੜ੍ਹ ਸਕਦਾ ਸੀ। ਹਕੂਮਤੀ ਹੁਕਮ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਸਹਿਣ ਕਰਨ ਯੋਗ ਹੋ ਗਿਆ ਸੀ। ਸਿਰ ਤਰਤਲੀ ਗਲੀ ਮੋਰੀ ਆਓ। ਉਸ ਵੇਲੇ ਔਰੰਗਜ਼ੇਬ ਦਾ ਜਸੂਸ, ਜਿਸ ਦਾ ਨਾਮ ਪਹਿਲੇ ਸ਼ਿਵਦੱਤ ਸੀ, ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦਾ ਮੁਸਲਮਾਨ ਬਣਿਆ ਸੀ। ਫਿਰ ਨਾਮ ਅਬੂਲ ਤਰਾਨੀ ਰੱਖਿਆ, ਜਿਸ ਨੂੰ ਜਸੂਸ ਦੇ ਕਾਬਲ ਸਮਝ ਕੇ ਅਨੰਦਪੁਰ ਸਾਹਿਬ ਭੇਜਿਆ ਗਿਆ। ਉਹ ਪੰਡਤ ਦਾ ਭੇਸ ਧਾਰ ਕੇ ਗੁਲਾਬੇ ਮਾਲੀ ਦੇ ਘਰ ਰਹਿੰਦਾ ਸੀ। ਉਹ ਸਾਰੀ ਰਿਪੋਰਟ ਔਰੰਗਜ਼ੇਬ ਨੂੰ ਭੇਜਦਾ ਸੀ। ਜਦੋਂ ਵੀ ਦੀਵਾਨ ਵਿੱਚ ਆਉਂਦਾ, ਸੱਚੇ ਪਾਤਸ਼ਾਹ ਜੀ ਨੂੰ ਡੰਡੌਤ ਕਰਦਾ ਸੀ। ਸੱਚੇ ਪਾਤਸ਼ਾਹ ਜੀ ਅੰਤਰਜਾਮੀ ਮੁਸਕਰਾ ਛੱਡਦੇ ਸਨ। 1756 ਦੀ ਵਿਸਾਖੀ ਸਮੇਂ ਦਾ ਅੱਖੀਂ ਡਿੱਠਾ ਹਾਲ ਉਹ ਔਰੰਗਜ਼ੇਬ ਨੂੰ ਲਿਖ ਕੇ ਭੇਜਦਾ ਹੈ। 20-25 ਹਜ਼ਾਰ ਦੀ ਸੰਗਤ ਵਿੱਚ ਗੁਰੂ ਜੀ ਨੇ ਇੱਕ ਸੀਸ ਦੀ ਮੰਗ ਕੀਤੀ। ਕੁਝ ਸਮੇਂ ਤੱਕ ਸਨਾਟਾ ਛਾ ਗਿਆ। ਫਿਰ ਇੱਕ ਸਿੱਖ ਉੱਠ ਕੇ ਹਾਜ਼ਰ ਹੋਇਆ। ਉਸ ਦਾ ਪਰੇ ਦੀਵਾਨ ਵਿੱਚ ਹੀ ਸੀਸ ਕਲਮ ਕਰ ਦਿੱਤਾ। ਇਸੇ ਹੀ ਤਰ੍ਹਾਂ 5 ਸਿੱਖਾਂ ਦੇ ਸਿਰ ਕਲਮ ਕੀਤੇ। ਦੀਵਾਨ ਵਿੱਚ ਭਾਜੜ ਪੈ ਗਈ। ਗੁਰੂ ਜੀ ਨੇ ਇੱਕ ਸੀਸ ਚੁੱਕ ਕੇ ਇੱਕ ਦੂਜੇ ਦੇ ਤੜਾਂ ਨਾਲ ਜੋੜ ਦਿੱਤੇ, ਉੱਪਰ ਚਿੱਟੀ ਚਾਦਰ ਪਾ ਦਿੱਤੀ। ਫਿਰ ਇੱਕ ਲੋਹੇ ਦੇ ਬਰਤਨ ਵਿੱਚ ਪਾਣੀ ਪਾ ਕੇ ਆਪ ਹਿਲਾਉਂਦੇ ਰਹੇ। ਕੁਝ ਕਲਾਮਾਂ ਪੜ੍ਹੀਆਂ। ਆਪਣੀ ਕਰਾਮਾਤ ਨਾਲ ਇਹ ਆਬੇ ਹਜ਼ਾਤ ਤਿਆਰ ਕਰਕੇ ਗੁਰੂ ਜੀ ਨੇ ਪਹਿਲੇ ਆਪ ਹੀ ਛਕਿਆ। ਫਿਰ ਉਹਨਾਂ ਦੀਆਂ ਲਾਸ਼ਾਂ ਤੋਂ ਪਰਦਾ ਚੁੱਕ ਕੇ ਪਹਿਲੇ ਇੱਕ ਸਿੱਖ ਦੇ ਸਾਹਮਣੇ ਬੈਠ ਕੇ ਮੂੰਹ ਖੋਲ ਕੇ ਆਬੇ ਹਜ਼ਾਤ ਉਸ ਦੇ ਮੂੰਹ ਵਿੱਚ ਪਾਇਆ। ਫਿਰ ਸਿਰ ਦੇ ਵਾਲਾਂ ਵਿੱਚ ਪਾਇਆ। ਫਿਰ ਸਾਰੇ ਸਰੀਰ ਤੇ ਛਿੜਕਿਆ ਤੇ ਆਖਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਕਹਿੰਦੇ ਸਾਰ ਹੀ ਸਿੱਖ ਉੱਠ ਕੇ ਖੜਾ ਹੋ ਗਿਆ ਤੇ ਉੱਚੀ ਦੇਣੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲਿਆ। ਹਜ਼ਾਰਾਂ ਦੀ ਸੰਗਤ ਵਿੱਚ ਕੋਈ ਉੱਚੀ ਸਾਹ ਨਹੀਂ ਸੀ ਲੈਂਦਾ। ਇਹ ਕਰਾਮਾਤ ਦੇਖ ਕੇ ਸਭ ਹੈਰਾਨ ਹੁੰਦੇ ਸਨ। ਇਸੇ ਤਰ੍ਹਾਂ ਹੀ ਫਿਰ ਚੌਹਾਂ ਨੂੰ ਜੀਵਤ ਕੀਤਾ ਅਤੇ ਫਿਰ ਤੰਬੂ ਵਿੱਚ ਲੈ ਗਏ ਅਤੇ ਚਿੱਟੇ ਬਸਤਰ ਪਵਾ ਕੇ ਬਾਹਰ ਆਏ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਹਨਾਂ 5 ਦੇ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਤੇ ਨਾਮ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਰੱਖ ਦਿੱਤਾ। ਅਬੂਲ ਤਰਾਨੀ ਲਿਖਦਾ ਹੈ ਕਿ ਮੈਂ ਬਹੁਤ ਪਛਤਾਇਆ ਤੇ ਰੋਇਆ। ਉੱਥੇ ਹਜ਼ਾਰਾਂ ਆਦਮੀਆਂ ਨੇ ਆਬੇ ਹਜ਼ਾਤ ਪੀਤਾ। ਮੇਤੋਂ ਨਹੀਂ ਰਿਹਾ ਗਿਆ। ਮੈਂ ਉਹਨਾਂ ਦੀ ਮਿਕਨਾਤੀਸੀ ਕਸ਼ਿਸ਼ ਨਾਲ ਝੱਟ ਹੀ ਗੁਰੂ ਜੀ ਦੇ ਚਰਨਾਂ ਤੇ ਡਿੱਗਾ। ਮੈਂ ਆਪ ਵੀ ਆਬੇ ਹਜ਼ਾਤ ਗੁਰੂ ਜੀ ਤੋਂ ਮੰਗ ਕੀਤੀ। ਉਹਨਾਂ ਨੇ ਮੈਨੂੰ ਥਾਪੜੀ ਦੇ ਆਬੇ ਹਜ਼ਾਤ ਪਿਲਾਇਆ ਤੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ। ਮੈਂ ਹੁਣ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਹਾਂ। ਜੇ ਤੂੰ ਵੀ ਆਪਣਾ ਆਪ ਬਚਾਉਣਾ ਚਾਹੁੰਦਾ ਹੈ ਤਾਂ ਇਹਨਾਂ ਦੀ ਸ਼ਰਨ ਵਿੱਚ ਆ ਜਾ, ਨਹੀਂ ਤਾਂ ਸਭ ਕੁਝ ਤਬਾਹ ਕਰ ਬੈਠੇਗਾ। ਬੜੇ ਜ਼ੋਰ ਨਾਲ ਔਰੰਗਜ਼ੇਬ ਨੂੰ ਤਾੜਨਾ ਕੀਤੀ। ਜਿਉਂਦੇ ਜਾਗਦੇ ਖੁਦਾ ਨਾਲ ਮੱਥਾ ਨਾ ਲਾ, ਤੇਰਾ ਖਾਨਦਾਨ ਸਲਤਨਤ ਤਬਾਹ ਹੋ ਜਾਵੇਗੀ। ਦੁਨੀਆ ਦੇ ਤਖਤ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਇਹ ਸਾਰੀ ਵਾਰਤਾ ਬਖਸ਼ੀ ਸਿੰਘ ਆਦਲ ਦੀ ਲਿਖਤ ਰਾਮਗੜੀਆ ਇਤਿਹਾਸ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ। ਲਿਖਦੇ ਹਨ ਕਿ
ਅਲੀਗੜ੍ਹ ਯੂਨੀਵਰਸਿਟੀ ਵਿੱਚ ਇਸ ਦੀ ਕਾਪੀ ਮੌਜੂਦ ਹੈ। 1756 ਵਿਸਾਖੀ ਵਾਲੇ ਦਿਨ ਇਹਨਾਂ ਪੰਜਾਂ ਪਿਆਰਿਆਂ ਨੂੰ ਕੱਛ, ਕੜਾ, ਕਿਰਪਾਨ, ਕੰਘਾ ਅਤੇ ਕੇਸ 5 ਕੱਕੇ ਰਹਿਤ ਮਰਜ਼ਾਦਾ ਰੱਖਣ ਦਾ ਆਦੇਸ਼ ਦਿੱਤਾ। ਹੁਕਮ ਕੀਤਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਹੀ ਮੈਂ ਕਰੂ ਨਿਵਾਸ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੀ ਵਿਦਵਾਨ, ਸੂਰਮੇ, ਤੀਰ ਤਲਵਾਰ ਦੇ ਧਨੀ, ਬੜੇ ਨਿਰਭੈ ਅਤੇ ਕੌਤਕੀ ਸਨ। ਦੁਸ਼ਮਣਾਂ ਦੀ ਅੱਖੀਂ ਕੱਟਾ ਪਾ ਕੇਸ ਬਦਲਾ ਕੇ ਦੁਸ਼ਮਣਾਂ ਦੀ ਫੌਜ ਵਿੱਚੋਂ ਨਿਕਲ ਜਾਣਾ ਆਪ ਵਾਸਤੇ ਬੜਾ ਮਾਮੂਲੀ ਸੀ। ਸਤਿਗੁਰੂ ਜੀ ਪਾਸ 52 ਕਵੀ ਸਨ। ਉਹਨਾਂ ਪਾਸੋਂ ਗ੍ਰੰਥ ਲਿਖਵਾਏ। ਆਪ ਜੀ ਨੇ 10ਵੇਂ ਗ੍ਰੰਥ ਦੀ ਰਚਨਾ ਕੀਤੀ। ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਵਿਖੇ ਬਾਣੀ ਰਚ ਰਹੇ ਹਨ। ਇਹ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਹੈ, ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਹ ਕਵੀ ਦਰਬਾਰ ਅਸਥਾਨ ਹੈ ਸ੍ਰੀ ਪੌਂਟਾ ਸਾਹਿਬ। ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਕਵੀਆਂ ਨੂੰ ਆਪਣੀਆਂ ਰਚਨਾਵਾਂ ਸੁਣਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚੋਂ 40 ਸਿੰਘ ਕਿਸੇ ਕਾਰਨ ਗੁਰੂ ਸਾਹਿਬ ਜੀ ਨੂੰ ਵਧਾਵਾ ਲੈ ਕੇ ਦੇ ਗਏ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਅਤੇ ਆਪਣੇ ਆਪਣੇ ਘਰੀਂ ਚਲੇ ਗਏ। ਉਹਨਾਂ ਦੇ ਮਾਪਿਆਂ ਨੇ, ਸਿੰਘਣੀਆਂ ਨੇ ਤੇ ਲੋਕਾਂ ਨੇ ਬਹੁਤ ਇਹਨਾਂ ਨੂੰ ਬੁਰਾ ਭਲਾ ਕਿਹਾ ਕਿ ਤੁਸੀਂ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਆਏ ਹੋ। ਕਿਸੇ ਨੇ ਵੀ ਇਹਨਾਂ ਨੂੰ ਮੂੰਹ ਨਹੀਂ ਲਾਇਆ। ਇਹ ਬੇਮੁਖੀ ਦਾ ਪਾਸਾ ਛੱਡ ਕੇ ਇਹ ਦੁਬਾਰਾ ਲੜਾਈ ਦੇ ਮੈਦਾਨ ਵਿੱਚ ਆ ਗਏ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬਖਸ਼ਮੰਦੀ ਕਰਾਈ ਤੇ ਖਿਦਰਾਣੇ ਦੀ ਢਾਬ ਉੱਤੇ ਬੇਅੰਤ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਏ। ਅੰਤਰਜਾਮੀ ਸਤਿਗੁਰੂ ਜੀ ਗਏ, ਸਭ ਨੂੰ ਵਰ ਦਿੰਦੇ ਹਨ। ਇਹ ਮੇਰਾ 5000 ਇਹ ਮੇਰਾ 10,000। ਅਜੇ ਮਹਾਂ ਸਿੰਘ ਸਹਿਕਦਾ ਹੀ ਸੀ। ਸੱਚੇ ਪਾਤਸ਼ਾਹ ਜੀ ਕਿਹਾ ਕਿ ਮਹਾਂ ਸਿੰਘ ਮੰਗ ਤੂੰ ਕੀ ਮੰਗਦਾ ਹੈ। ਮਹਾਂ ਸਿੰਘ ਨੇ ਅਰਜ਼ ਕੀਤੀ, ਗਰੀਬ ਨਵਾਜ਼ ਜੀ ਸਾਨੂੰ ਸਭ ਨੂੰ ਬਖਸ਼ ਦੇਵੋ ਜੀ, ਸਾਡਾ ਦਿੱਤਾ ਵਿਦਾਵਾ ਪਾੜ ਦੇਵੋ। ਸੱਚੇ ਪਾਤਸ਼ਾਹ ਜੀ ਨੇ ਵਿਦਾਵਾ ਪਾੜ ਦਿੱਤਾ ਅਤੇ ਮਹਾਂ ਸਿੰਘ ਜੀ ਸਰੀਰ ਤਿਆਗ ਗਏ। ਇੱਥੇ 40 ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਦਾ ਨਾਮ ਮੁਕਤਸਰ ਰੱਖਿਆ। ਜਿਸ ਸਿੰਘ ਦੇ ਆਪ ਜੀ ਦਰਸ਼ਨ ਕਰਦੇ ਹੋ, ਇਹ ਭਾਈ ਕਨਈਆ ਜੀ ਹਨ। ਆਪਣੇ ਵੈਰੀ ਨੂੰ ਤੇ ਮਿੱਤਰ ਨੂੰ ਆਪਣੇ ਸਤਿਗੁਰੂ ਜੀ ਦਾ ਹੀ ਸਰੂਪ ਸਮਝ ਕੇ ਸਭ ਨੂੰ ਜੰਗ ਵਿੱਚ ਜਲ ਛਕਾਉਂਦੇ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਘਮਸਾਨ ਯੁੱਧ ਸਮੇਂ ਕਿਲੇ ਨੂੰ ਘੇਰੀ ਬੈਠੇ ਫੌਜ ਦੇ ਜਰਨੈਲ ਸੈਦ ਖਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਹੋਣ ਦੀ ਇੱਛਾ ਹੋਈ। ਸੱਚੇ ਪਾਤਸ਼ਾਹ ਜੀ ਫੌਜਾਂ ਨੂੰ ਚੀਰਦੇ ਹੋਏ ਸੈਦ ਖਾਂ ਦੇ ਸਾਹਮਣੇ ਆਮ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਜੀ ਦੇ ਨੂਰਾਨੀ ਦਰਸ਼ਨ ਕਰਕੇ ਹੀ ਆਪਣੀ ਤਲਵਾਰ ਸੁੱਟ ਕੇ ਸਤਿਗੁਰੂ ਜੀ ਦੇ ਚਰਨੀ ਲੱਗਾ। ਸਦਾ ਲਈ ਸਤਿਗੁਰੂ ਜੀ ਦਾ ਹੀ ਹੋ ਗਿਆ। ਇਹ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਹੈ, ਜਿਸ ਨੂੰ ਖਾਲੀ ਕਰਾਉਣ ਲਈ ਔਰੰਗਜ਼ੇਬ ਨੇ ਕੁਰਾਨ ਦੀਆਂ ਕਸਮਾਂ ਲਿਖਤੀ ਰੂਪ ਵਿੱਚ ਲਿਖ ਕੇ ਕਿਹਾ ਸੀ ਕਿ ਤੁਸੀਂ ਕਿਲ੍ਹਾ ਥੋੜ੍ਹੇ ਦਿਨਾਂ ਲਈ ਛੱਡ ਦੇਵੋ, ਤੁਹਾਨੂੰ ਜਾਣ ਦਿੱਤਾ ਜਾਵੇਗਾ। ਸਤਿਗੁਰੂ ਜੀ ਨੂੰ ਪਤਾ ਸੀ ਕਿ ਇਹ ਝੂਠਾ ਬੰਦਾ ਹੈ, ਫਿਰ ਜਾਣ ਵਾਲਾ ਹੈ। ਉਸ ਦੀਆਂ ਕੁਰਾਨ ਦੀਆਂ ਕਸਮਾਂ 'ਤੇ ਯਕੀਨ ਨਹੀਂ ਸਨ ਕਰਦੇ। ਜਦੋਂ 22 ਧਾਰ ਦੇ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਵਿੱਚ ਛੁਰੀ ਰੱਖ ਕੇ ਅਰਜ਼ ਕੀਤੀ ਕਿ ਆ ਕਿ ਅਸੀਂ ਗਊ ਤੇ ਛੁਰੀ ਫੇਰੀਏ ਜੇ ਅਸੀਂ ਤੁਹਾਡੇ ਨਾਲ ਬੁਰਾ ਕਰੀਏ। ਸਤਿਗੁਰੂ ਕਿਹਾ ਕਿ ਹਮ ਜੈਸੇ ਛਤਰੀ ਨਹੀਂ ਮਾਨੇ ਔਰ ਕੌਣ ਫਨ ਮਾਨੇ। ਸਤਿਗੁਰੂ ਜੀ ਨੂੰ ਗਊ ਦੀ ਆਣ ਰੱਖਣ ਲਈ ਅਨੰਦਪੁਰ ਸਾਹਿਬ ਛੱਡਣਾ ਪਿਆ। ਸਾਹਿਬਜ਼ਾਦਿਆਂ ਦਾ ਵੈਰ ਲੈਣ ਵਾਸਤੇ ਬੰਦੇ ਬਹਾਦਰ ਨੂੰ ਸਰਹੰਦ ਭੇਜਿਆ। ਸੱਚੇ ਪਾਤਸ਼ਾਹ ਜੀ ਨੰਦੇੜ ਹੀ ਸਨ। ਉੱਥੇ ਬਹਾਦਰ ਸ਼ਾਹ ਨੇ 2 ਪਠਾਨ ਗੁਪਤਚਰ ਜਮਸ਼ੇਦ ਖਾਂ ਤੇ ਗੁਲ ਖਾਂ ਭੇਜੇ ਸਨ, ਜੋ ਕਿ ਸਤਿਗੁਰਾਂ ਦੇ ਸੇਵਕ ਬਣ ਕੇ ਰਹੇ। ਸੱਚੇ ਪਾਤਸ਼ਾਹ ਜੀ ਇਹਨਾਂ ਦਾ ਵਿਸਾਹ ਨਹੀਂ ਸਨ ਕਰਦੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਤੰਬੂ ਵਿੱਚ ਬਿਰਾਜਮਾਨ ਸਨ। ਮੌਕਾ ਦੇਖ ਕੇ ਜਮਸ਼ੇਦ ਖਾਨ ਨੇ ਛੁਰੇ ਦਾ ਵਾਰ ਕਰ ਦਿੱਤਾ। ਸਤਿਗੁਰੂ ਜੀ ਨੇ ਉਸ ਨੂੰ ਤਾਂ ਉੱਥੇ ਹੀ ਤਲਵਾਰ ਨਾਲ ਕਤਲ ਕਰ ਦਿੱਤਾ। ਜੋ ਬਾਹਰ ਗੁਲ ਖਾਂ ਸੀ, ਉਸ ਨੂੰ ਸਿੱਖਾਂ ਨੇ ਬਾਹਰ ਦੌੜਦੇ ਜਾਂਦੇ ਨੂੰ ਮਾਰ ਦਿੱਤਾ। ਛੁਰੇ ਦਾ ਵਾਰ ਬਹੁਤ ਗਹਿਰਾ ਹੋ ਗਿਆ ਸੀ। ਸੱਚੇ ਪਾਤਸ਼ਾਹ ਜੀ ਨੇ ਕੇਸੂ ਦੇ ਫੁੱਲ ਮੰਗਵਾ ਕੇ ਬੰਨ੍ਹ ਦਿੱਤੇ। ਇਲਾਜ ਚਾਲੂ ਰਿਹਾ। ਕੁਝ ਦਿਨਾਂ ਵਿੱਚ ਹੀ ਜ਼ਖਮ ਨੂੰ ਆਰਾਮ ਆ ਗਿਆ। ਸੱਚੇ ਪਾਤਸ਼ਾਹ ਜੀ ਠੀਕ ਹੋ ਗਏ। ਫਿਰਨਾ ਤੁਰਨਾ ਸ਼ੁਰੂ ਕਰ ਦਿੱਤਾ। ਘੋੜੇ ਦੀ ਸਵਾਰੀ ਕਰਨ ਲੱਗ ਪਏ। ਸਰਹੰਦ ਤੋਂ ਬੰਦੇ ਬਹਾਦਰ ਦੀਆਂ ਖਬਰਾਂ ਵੀ ਆਉਂਦੀਆਂ ਸਨ। ਸੂਬਾ ਸਰਹੰਦ ਵਜੀਦ ਖਾਂ ਨੂੰ ਮਾਰ ਦਿੱਤਾ।
ਕਾਜੀ ਤੇ ਸੁੱਚਾਨੰਦ ਦੀਵਾਨ ਸਭ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਥਾਂ ਪਰ ਥਾਂ ਸਿੱਖਾਂ ਨੂੰ ਹਾਕਮ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰੋਗਰਾਮ ਬਣਾਇਆ ਜਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਸਨ। ਜਿਸ ਤਰ੍ਹਾਂ ਲੱਖਾਂ ਫੌਜਾਂ ਵਿੱਚੋਂ ਨੀਲੇ ਵਸਤਰ ਪਾ ਕੇ ਉੱਚ ਦੇ ਪੀਰ ਬਣ ਕੇ ਨਿਕਲੇ ਸਨ, ਉਹੋ ਹੀ ਰੀਤੀ ਫਿਰ ਵਰਤਣ ਲੱਗੇ। ਸਤਿਗੁਰਾਂ ਆਖਿਆ ਕਿ ਇਹ ਜ਼ਾਲਮ ਦੁਸ਼ਮਣ ਮੁਸਲਮਾਨ ਅਜੇ ਤੱਕ ਵੀ ਮੇਰਾ ਪਿੱਛਾ ਨਹੀਂ ਛੱਡਦੇ। ਜੋ ਅੱਗੇ ਸਮਾਂ ਹੈ ਉਹ ਗੁਪਤ ਹੋ ਕੇ ਵਰਤਾਂਗੇ। ਇਹ ਸਲਾਹ ਭਾਈ ਦਇਆ ਸਿੰਘ ਤੇ ਧਰਮ ਸਿੰਘ ਅਤੇ ਆਲਮ ਸਿੰਘ ਕਵੀ ਨਾਲ ਕੀਤੀ। ਇਹ ਤਿੰਨੇ ਹੀ ਨੰਦੇੜ ਸਾਹਿਬ ਵਿੱਚ ਨਾਲ ਹੀ ਸਨ। ਇਹਨਾਂ ਤਿੰਨਾਂ ਨਾਲ ਹੀ ਇਹ ਸਲਾਹ ਗੁਪਤ ਰਹਿਣ ਦੀ ਬਣਾਈ। ਆਲਮ ਸਿੰਘ ਕਵੀ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਤੇ ਪੁੱਛਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਫਿਰ ਕਿਸ ਤਰ੍ਹਾਂ ਹੋਣਗੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰੇ ਹੁਣ ਦਰਸ਼ਨ ਇਸ ਤਰ੍ਹਾਂ ਨਹੀਂ ਹੋਣਗੇ। ਮੈਂ ਗੁਪਤ ਰੂਪ ਵਿੱਚ ਹੀ ਖਾਲਸੇ ਨਾਲ ਰਹਾਂਗਾ, ਚਿੰਤਾ ਨਹੀਂ ਕਰਨੀ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਵੀ ਆਲਮ ਸਿੰਘ ਜੀ ਨੇ ਪੁੱਛਿਆ, ਆਲਮ ਸਿੰਘ ਬੰਦ ਕਰ ਦੋਏ ਕਹਾਂ ਕੋ ਦਰਸ਼ਨ ਪੀ ਤੁਮ ਹੋਏ। ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਦੁਆਰਾ ਫਿਰ ਕਦੋਂ ਹੋਵੇਗਾ। ਕਲਗੀਧਰ ਪਾਤਸ਼ਾਹ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਦੀ ਜ਼ੁਬਾਨੀ ਜਵਾਬ ਦਿੰਦੇ ਹਨ, ਆਲਮ ਸਿੰਘਾ ਵੀਰ 11ਵੀਂ ਜਬ ਹਮ ਆਵੇਂ ਤਾਂ ਤੇ ਕੋਏ ਕ ਹਮ ਲਿਖ ਪਾਵੇਂ, ਪੰਥ ਖਾਲਸਾ ਖੇਤੀ ਮੇਰੀ ਕਰੂ ਸੰਭਾਲਣ ਮੈਂ ਤਿਸ ਬੇਰੀ। ਸਤਿਗੁਰੂ ਜੀ ਨੇ ਕਿਹਾ ਕਿ ਚੰਦਨ ਦੀ ਲੱਕੜੀ ਮੰਗਵਾਓ। ਚਿਖਾ ਬਣਾਈ ਗਈ, 4 ਚੁਫੇਰੇ ਕਨਾਤ ਮੰਗਵਾਈ ਗਈ। ਰਾਤ 12 ਵਜੇ ਦਾ ਟਾਈਮ ਰੱਖਿਆ। ਸਿੱਖਾਂ ਨੂੰ ਕਿਹਾ ਕਿ ਕਨਾਤ ਤੋਂ ਬਾਹਰ ਸਾਰੇ ਪਿੱਠ ਕਰਕੇ ਬੈਠੋ। ਸਭ ਨੂੰ ਮੇਰਾ ਹੁਕਮ ਹੈ, ਅੰਗੀਠੇ ਵੱਲ ਨਹੀਂ ਦੇਖਣਾ ਅਤੇ ਨਾ ਹੀ ਅੰਗੀਠਾ ਖੋਲ੍ਹਣਾ ਹੈ। ਮੇਰੀ ਕੋਈ ਸਮਾਧ ਇੱਥੇ ਨਾ ਬਣਾਵੇ। ਜੋ ਬਣਾਵੇਗਾ ਉਸ ਦਾ ਸਰਬੰਸ ਖਤਮ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ ਅੰਗੀਠੇ ਨੂੰ ਅੱਗ ਲਾ ਕੇ ਇੱਕ ਨਿੱਕੀ ਕਿਰਪਾਨ ਵਿੱਚ ਸੁੱਟ ਕੇ ਅਲੋਪ ਹੋ ਗਏ। ਬਾਅਦ ਵਿੱਚ ਸਿੱਖਾਂ ਨੇ ਦੇਖਿਆ ਕਿ ਤਵੇਲੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਘੋੜਾ ਵੀ ਅਤੇ ਬਾਜ ਵੀ ਨਹੀਂ ਸੀ। ਨੰਦੇੜ ਦੇ ਕੌਤਕ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 7-8 ਕੋਸ ਤੇ ਇੱਕ ਉਦਾਸੀ ਸਾਧੂ ਮਿਲਿਆ। ਉਸ ਨੂੰ ਪ੍ਰਸ਼ਾਦ ਦਿੱਤਾ ਤੇ ਕਿਹਾ ਕਿ ਤੂੰ ਨੰਦੇੜ ਜਾ ਕੇ ਸਿੱਖਾਂ ਨੂੰ ਕਹੋ ਕਿ ਉਦਾਸ ਨਾ ਹੋਵਣ, ਮੈਂ ਖਾਲਸੇ ਦੇ ਅੰਗ ਸੰਗ ਹੀ ਰਹਾਂਗਾ, ਪਰ ਦਰਸ਼ਨ ਨਹੀਂ ਹੋਣਗੇ। ਇਸ ਸਥਾਨ ਤੇ ਗੁਰਦੁਆਰਾ ਰਤਨਗੜ੍ਹ ਬਣਿਆ ਹੋਇਆ ਹੈ। ਰਤਨਗੜ੍ਹ ਤੋਂ ਅੱਗੇ 5 ਸਿੰਘ ਪੰਜਾਬ ਤੋਂ ਆਉਂਦੇ ਮਿਲੇ। ਉਹਨਾਂ ਨੂੰ ਵੀ ਇਹੋ ਹੀ ਸੁਨੇਹਾ ਦਿੱਤਾ ਕਿ ਜੋ ਅਗਲਾ ਸਮਾਂ ਹੈ ਮੈਂ ਗੁਪਤ ਰੂਪ ਵਿੱਚ ਵਰਤਾਉਣਾ ਹੈ। ਸਿੱਖਾਂ ਨੂੰ ਜਾ ਕੇ ਕਹਿ ਦੇਵੋ ਮੈਂ ਕਿਤੇ ਗਿਆ ਨਹੀਂ, ਤੁਹਾਡੇ ਅੰਗ ਸੰਗ ਹੀ ਰਹਾਂਗਾ। ਨੰਦੇੜ ਦੇ ਕੌਤਕ ਤੋਂ ਬਾਅਦ 2 ਮਰਹੱਟੇ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਔਰੰਗਜ਼ੇਬ ਨੇ ਪੂਨੇ ਸਤਾਰੇ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ। ਉਹਨਾਂ ਦੋਹਾਂ ਨੂੰ ਉਮਰ ਕੈਦ ਸੀ। ਇੱਥੇ ਦਾ ਦਰੋਗਾ ਸਤਿਗੁਰਾਂ ਤੇ ਸ਼ਰਧਾ ਰੱਖਦਾ ਸੀ। ਉਸਨੇ ਕਿਹਾ ਕਿ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਹਨ, ਉਹਨਾਂ ਅੱਗੇ ਅਰਦਾਸ ਕਰੋ, ਉਹ ਹੀ ਤੁਹਾਨੂੰ ਇੱਥੋਂ ਛੁਡਾ ਸਕਦੇ ਹਨ। ਇਹਨਾਂ ਦੋਹਾਂ ਨੇ ਹੱਥ ਜੋੜ ਕੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਉਸ ਰਾਤ ਘੋੜੇ ਤੇ ਸਵਾਰ ਹੋ ਕੇ ਪੂਨੇ ਸਤਾਰੇ ਦੇ ਕਿਲੇ ਦੇ ਅੰਦਰ ਜਾ ਕੇ ਇਹਨਾਂ ਨੂੰ ਆਵਾਜ਼ ਮਾਰੀ। ਇਹ ਦੋਵੇਂ ਬਾਹਰ ਆਏ ਤੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਘੋੜੇ ਦੀਆਂ ਰਕਾਬਾਂ ਫੜਾ ਕੇ ਘੋੜਾ ਉਡਾ ਕੇ ਲੈ ਗਏ ਤੇ ਮਨਵਾੜ ਜਾ ਕੇ ਉਤਾਰਿਆ। ਰੁਸਤਮ ਰਾਓ ਤੇ ਬਾਲਾ ਰਾਓ ਨੂੰ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਗੁਪਤਸਰ ਬਣਿਆ ਹੋਇਆ ਹੈ। ਗੁਰਦੁਆਰੇ ਦੇ ਅੰਦਰ ਇਸ ਘਟਨਾ ਦੀ ਵੱਡੀ ਫੋਟੋ ਵੀ ਲੱਗੀ ਹੋਈ ਹੈ। ਦਰਸ਼ਨ ਕਰਕੇ ਸਤਿਗੁਰਾਂ ਦੀ ਯਾਦ ਆਉਂਦੀ ਹੈ, ਆਪਣੇ ਆਪ ਹੀ ਮੂੰਹੋਂ ਨਿਕਲਦਾ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸ੍ਰੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਗੁਰੂ ਗੋਬਿੰਦ ਸਿੰਘ ਦਾ ਅੰਗੀਠਾ ਫੋਲ ਕੇ ਕੀ ਕੀਤਾ? ਸਾਡੇ ਹਿਸਾਬ ਨਾਲ ਤੇ ਗੁਰੂ ਗੋਬਿੰਦ ਸਿੰਘ ਨੇ ਸਰੀਰ ਨਹੀਂ ਛੱਡਿਆ। ਹਜ਼ੂਰ ਸਾਹਿਬ ਅਸੀਂ ਜਦੋਂ ਦੇਖਦੇ ਹਾਂ ਕਿ 9 ਗੁਰੂਆਂ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕਿਤੇ ਕੋਤਲ ਨਹੀਂ ਰੱਖੇ ਜਾਂਦੇ। ਹਜ਼ੂਰ ਸਾਹਿਬ ਅਜੇ ਤੱਕ ਘੋੜਾ ਗੁਰੂ ਗੋਬਿੰਦ ਸਿੰਘ ਦੀ ਸਵਾਰੀ ਵਾਸਤੇ ਰਹਿੰਦਾ ਹੈ। ਫਿਰ ਸਾਹਿਬ ਅੰਗੀਠੇ ਵੱਲ ਜਾਂਦੇ ਹਨ, ਕੀ ਹੁਕਮ ਦਿੰਦੇ ਨੇ? ਦੂਰ ਕਨਾਤੋਂ ਖੜੇ ਰਹਾਇਓ, ਹਮ ਦਿਸ ਜਾਤ ਨ ਕੋਈ ਪਾਇਓ,
फूल्यो न हमरा ना ही अंगीठा, ना ही समाज बनायो नीठा, जो समाज हमरी बनवाया तिसका सब सरबंस नसाया। ये गुरु तेग बहादुर का सीस लैके सिख पहुंच रहा है आनंदपुर साहब, उसका उत्थे देवरा बनाते हैं तो अपने तो क्यों जवाब देते हैं। फिर थोड़ी देर बाद जो रौला पिया बसंतर नूं लाती अग, उदू थोड़ा चिर बाद सिख विराग करते हैं। उन्होंने एक साधु आते हैं पंजाब तो, वो कहते हैं तुसीं क्यों विराग करते हो? कहते गुरु गोबिंद सिंह शरीर छड्ड गया। कहते झूठ बोलते हो, मैनूं उहदे शिकार खेडते मिले हैं और कहा है कि साडा अफसोस ना करन असीं खालसे दे विच। फिर पढ़ो इतिहास, रुस्तम राव और बाले राव नूं जाके पूने के किले विच घोड़े ते चढ़े हुए जाते हैं, वो गुरु साहब नूं ध्याउंदे हैं। वो दोनों रकाबां नूं फड़ा के उन्होंने कहते हैं फड़ो दोनों रकाबां सने घोड़े किले चों बाहर लिया के उन्होंने छड्डदे हैं। जे मन भी लईए भी गुरु साहब ने उत्थे दे त्यागी, तो जिस वेले अंगीठा फोलिया करद निकली हड्ड जम कोई नहीं लभ्या, क्योंकि गुरु चीज ही ऐसी है जे इहदे वल ध्यान दिता जाए, जे इस पासे नूं भी मन लईए तो सदगुरु अजोनी है और आद अंत एका अवतारा, इको है दूसरा नहीं। इस गल नाल किसे नाल जिद नहीं, किसे नाल गुस्सा नहीं, किसी नूं जिथों तक किसी का चित करदा कोई मन्ने। जे असीं किसी दे आखे लग के अपनी यकीन नहीं बदलते, किसी वास्ते भी सानू नहीं कि असीं किसी नूं कहीए मजबूर हो गए कि तू इसे तरह मन, नहीं जिवें मर्जी है मन्ने। सतगुरु जी ने सिखां नूं कहा सी कि मेरा अंगीठा ना फोलियो, सिखां ने फिर भी फोलिया। उस विचों निक्की किरपान ही निकली, होर कुछ नहीं मिलिया। बाद विच नदेड़ साहिब महाराजा रणजीत सिंह ने समाध बनाई, उसका सारा सरबंस खत्म हो गया। सच्चे पातशाह जी के पवित्र वाक पूरे हुए। नामधारी पंथ का यह नेचा है कि श्री गुरु गोबिंद सिंह जी इस देह विच अजयपाल सिंह के नाम से जीवन बतीत करते रहे सन। सच्चे पातशाह जी भादरे अते जींद अते पटियाले ਅਤੇ ਫਿਰ ਨਾਭੇ ਦੀ ਝਿੜੀ ਵਿੱਚ ਨਿਵਾਸ ਰੱਖਦੇ ਸਨ। ਇਹਨਾਂ ਦੇ ਨਿੱਜੀ ਸੇਵਕ ਬਾਬਾ ਸਰੂਪ ਸਿੰਘ ਜੀ ਸਨ। ਬਾਬਾ ਸਰੂਪ ਸਿੰਘ ਜੀ ਜੋ ਕਿ ਪੰਜਾਬੀ ਦੇ ਮਹਾਨ ਕੋਸ਼ ਦੇ ਕਰਤਾ ਸਰਦਾਰ ਬਹਾਦਰ ਭਾਈ ਕਾਹਨ ਸਿੰਘ ਜੀ ਨਾਭਾ ਦੇ ਪੜਦਾਦੇ ਲੱਗਦੇ ਸਨ। ਬਾਬਾ ਸਰੂਪ ਸਿੰਘ ਜੀ ਬਾਬਾ ਅਜੈਪਾਲ ਸਿੰਘ ਜੀ ਦੇ ਪਲੰਗ ਕੋਲ ਬੈਠ ਕੇ ਦੇਖਣ ਲੱਗੇ। ਬੱਖੀ ਉੱਪਰ ਬੜਾ ਭਾਰੀ ਘਾਉ ਦੇਖਿਆ ਤੇ ਅਰਜ਼ ਕੀਤੀ, ਇਹ ਘਾਉ ਕਿੱਥੋਂ ਲੱਗਾ ਸੀ ਜੀ? ਬਾਬਾ ਅਜੈਪਾਲ ਸਿੰਘ ਜੀ ਨੇ ਕਿਹਾ ਕਿ ਇਹ ਉਹੀ ਘਾਉ ਹੈ ਜੋ ਦੱਖਣ ਨੰਦੇੜ ਵਿਖੇ ਪਠਾਨ ਨੇ ਮਾਰਿਆ ਸੀ। ਇਹ ਸੁਣ ਕੇ ਬਾਬਾ ਸਰੂਪ ਸਿੰਘ ਨੂੰ ਪੂਰਨ ਨੇਚਾ ਹੋ ਗਿਆ ਕਿ ਇਹ ਕਲਗੀਧਰ ਦਸਮ ਪਾਤਸ਼ਾਹ ਜੀ ਹਨ। ਫਿਰ ਕਦੇ ਮਨ ਨਹੀਂ ਸੀ ਡੋਲਿਆ, ਬੜੇ ਸਤਿਕਾਰ ਨਾਲ ਸੇਵਾ ਕਰਦੇ ਰਹੇ ਸਨ। ਨਾਭੇ ਦੇ ਡੇਰੇ ਤੋਂ ਹੀ ਦਰਿਆ ਸਿੰਧ ਹਰੋ ਨਦੀ ਦੇ ਸੰਗਮ 'ਤੇ ਪਹੁੰਚੇ। ਪੰਜ ਸਿੰਘ ਨਾਲ ਸਨ। ਬਾਬਾ ਬਾਲਕ ਸਿੰਘ ਜੀ ਨੂੰ ਭਜਨ ਕਰਦਿਆਂ ਨੂੰ ਦਰਸ਼ਨ ਦਿੱਤੇ। ਬਾਬਾ ਬਾਲਕ ਸਿੰਘ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ ਕਿ ਜਿਸ ਦੀ ਤੂੰ ਅੱਜ ਤੱਕ ਆਰਾਧਨਾ ਕਰਦਾ ਆਇਆ ਹੈ ਉਹ ਮੈਂ ਹੀ ਹਾਂ। ਮੇਰਾ ਨਾਮ ਹੀ ਗੁਰੂ ਗੋਬਿੰਦ ਸਿੰਘ ਹੈ। ਸਾਡਾ ਅੱਜ ਤੱਕ ਇਸ ਤਰ੍ਹਾਂ ਵਿਚਰਨਾ ਇੱਕ ਗੁਪਤ ਭੇਦ ਸੀ ਜਿਸ ਦੇ ਪ੍ਰਗਟ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਇਹ ਪੁੱਛਣਾ ਚਾਹੀਦਾ ਹੈ। ਮੈਂ ਆਪ ਜੀ ਨੂੰ ਇਹ ਗੁਰਗੱਦੀ ਦੀ ਅਮਾਨਤ ਸੌਂਪ ਰਿਹਾ ਹਾਂ। ਜਲਦੀ ਹੀ ਭੈਣੀ ਗ੍ਰਾਮ ਵਿੱਚ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਘਰ ਅਵਤਾਰ ਧਾਰਨ ਕਰਾਂਗੇ। ਮੇਰਾ ਨਾਮ ਰਾਮ ਸਿੰਘ ਹੋਵੇਗਾ। ਆਪ ਪਾਸੋਂ ਗੁਰਤਾ ਵਾਪਸ ਲਵਾਂਗੇ। 5 ਪੈਸੇ ਤੇ ਨਰੇਲ ਮੱਥਾ ਟੇਕ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਬਾਲਕ ਮਰਗੇਸ਼ ਦੇ ਵਿਸ਼ੇਸ਼ ਉਪਦੇਸ਼ ਨਾਮ यदि नर नारी ले अपारी पावते तरे और अलिहाम करतार कई बार देव नाम दे उदार कर जीवन का तू करे ऐ पै गुरु दसम दर्श दे जो कहो ताह मेरो अवतार अंश राम सिंह होवे करे। श्री गुरु गोबिंद सिंह जी भी लिखते हैं, जामे तारे 10 गुरु नवसत कला सुधार गुप्त 11वां खेल सी कोइक पावै पार जामा पैरे 11वां बाजापुर के माँ संगत मेले करोड़ दोए 10 दिखावे ता 3 मास खट रहेंगे ग्रह गण का गुरिंड उधर लोप अंडा सह 100 साखी ब्रह्मंड गुरिंडनामा पातशाही 10वें। भाई संतोख सिंह जी भी लिखते हैं, बेर 11वीं हम चल आवें तब ते हमें
कोइक लख भावें, पंथ खालसा खेती मेरी, करूँ संभालन हों तिस बेरी। आलम सिंह बंद कर दोए, कहा कि दर्शन पीतम होए। गुरु कहा हम भी राखे हिरदे भावनी सोए, अमृतसर पहुँचेंगे राम सरोवर जोए। सूरज प्रकाश ग्रंथ। इतिहासिक जानकारी अनुसार श्री गुरु गोबिंद सिंह जी का जन्म 1666 ईस्वी विच होया। 1708 ईस्वी हजूर साहिब नंदेड़ विखे नर नाटक करन वेले आयु 42 साल दी सी। 1812 ईस्वी तक बाबा अजयपाल सिंह दे नाम ते रहे 104 साल। सारी आयु श्री गुरु गोबिंद सिंह जी की 144 साल हो के 14 जून 1812 ईस्वी जेठ सुदी 5 1869 बिक्रमी नूं नाभे के डेरे विच ही ज्योति जोत समा गए। गुर इतिहास जानकारी करम सिंह पटवारी के ग्रंथ सफ़ा 227 ਅਤੇ 228 ਤੇ पढ़े जा सकते हैं। ਅਤੇ होर पुस्तकों के नाम नदेड़ों बाद 10वें गुरु दर्शन, करता संत तरन सिंह जी बैमी, गुरु गोबिंद सिंह जी का नदेड़ों बाद का जीवन, करता दविंदर सिंह जिया नथा, श्री दशमेश नदेड़ पिछों, करता श्री अमर भारती जी। होर जानकारी वास्ते ये पुस्तकां जरूर पढ़ो जी। श्रीमान बाबा बांका जी लवालब करते रहंदे सन। ब्रह्म ਗਿਆਨੀ श्रीमान बाबा बांका जी श्री सतगुरु बालक सिंह जी ਦੇ ਗੁਰਸਿੱਖ ਸਨ। ਇਹਨਾਂ ਦਾ ਜਨਮ ਹਜਰੋ ਸਾਹਿਬ ਤੋਂ 8 ਮੀਲ ਦੂਰ ਪਿੰਡ ਮਲਾਹ ਵਿਖੇ ਸੰਮਤ 1851 ਬਿਕਰਮੀ ਨੂੰ ਹੋਇਆ। ਜਦੋਂ ਬਾਬਾ ਜੀ ਨੇ ਸਤਿਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਤਾਂ ਆਪ ਮਸਤਾਨੇ ਹੋ ਗਏ ਅਤੇ ਦਿਨ ਰਾਤ ਮਸਤੀ ਦੇ ਆਲਮ ਵਿੱਚ ਹੀ ਵਿਚਰਨ ਲੱਗੇ। ਪਰੰਤੂ ਲਕਾਈ ਇਹਨਾਂ ਤੇ ਯਕੀਨ ਨਹੀਂ ਸੀ ਕਰਦੀ। ਇੱਕ ਦਿਨ ਮਸਤੀ ਵਿੱਚ ਹੀ 3 ਆਸਣ ਵਿਛਾ ਕੇ ਕਹਿਣ ਲੱਗੇ, ਆਓ ਬਾਬਾ ਬਾਲਕ ਸਿੰਘ ਜੀ ਬੈਠੋ, आओ बाबा राम सिंह जी बैठो, आओ बाबा बुद्ध सिंह जी बैठो। ਉਹ ਇਹਨਾਂ ਦਾ ਭਵਿੱਖ ਵਾਕ ਸੀ ਜੋ ਸਤਿਗੁਰੂ ਬਾਲਕ ਸਿੰਘ ਜੀ ਤੋਂ ਬਾਅਦ ਸਮੇਂ ਦੀ ਚਾਲ ਨਾਲ ਪੂਰਾ ਹੋਇਆ।